ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਤੇ ਉਸ ਤੋਂ ਉਪਰੰਤ ਸ਼ਬਦ ਦੇ ਅਰਥ ਕਰਾਂਗੇ। ਸਿਰ ਰਾਗ ਮਹੱਲਾ ਪਹਿਲਾ। ਮਛਲੀ ਜਾਲ ਨ ਜਾਣਿਆ ਸਰ ਖਾਰਾ ਅਸਗਾ, ਅਤ ਸੋਹਣੀ ਅਤ ਸਿਆਣੀ ਸੋਹਣੀ ਕਿਉਂ ਕੀਤੋ ਵੈਸਾ। ਕੀਤੇ ਕਾਰਨ ਪਾਕੜੀ ਕਾਲ ਨ ਟਲੇ ਸਿਰਾ, ਭਾਈ ਰੇ ਇਉਂ ਸਿਰ ਜਾਣੋ ਕਾਲ। ਜਿਉ ਮੱਛੀ ਤਿਉ ਮਾਨਸਾ ਪਵੇ ਅਚਿੰਤਾ ਜਾਲ ਰਹਾਓ। ਸਭ ਜਗ ਬਾਧੋ ਕਾਲ ਕੋ ਬਿਨ ਗੁਰ ਕਾਲ ਅਫਾਰ। ਸਚ ਰਤੇ ਸੇ ਉਬਰੇ ਦੁਬਦਾ ਛੋੜ ਵਿਕਾਰ। ਹਉ ਤਿਨ ਕੇ ਬਲਹਾਰਣੇ ਦਰ ਸੱਚੇ ਸਚਿਆਰ। ਸੀ ਚਾਨੇ ਜੋ ਪੰਖੀਆਂ ਜਾਲੀ ਬਦਕ ਹਾਥ। ਗੁਰ ਰਾਖੇ ਸੇ ਉਬਰੇ ਹੋਰ ਫਾਥੇ ਚੋਗੇ ਸਾਥ। ਬਿਨਾ ਮੈਂ ਚੁਣ ਸੁਟੀਏ ਕੋਈ ਨ ਸੰਗੀ ਸਾਥ। ਸੱਚੋ ਸੱਚਾ ਆਖੀਏ ਸੱਚੇ ਸੱਚਾ ਥਾਨ। ਜਿਨੀ ਸੱਚਾ ਮੰਨਿਆ ਤਿਨ ਮਨ ਸੱਚ ਧਿਆਨ। ਮਨਮੁਖ ਸੁੱਚੇ ਜਾਣੀਏ ਗੁਰਮੁਖ ਜਿਨਾ ਗਿਆਨ। ਸਤਿਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਏ। ਸਾਜਣ ਮਿਲੀਏ ਸੁਖ ਪਾਇਆ ਜਮਦੂਤ ਮੂਏ ਬਿਖ ਖਾਏ। ਨਾਵੇਂ ਅੰਦਰ ਹਉ ਵਸਾਂ ਨਾ ਵਸੇ ਮਨ ਆਏ। ਬਾਜ ਗੁਰੂ ਗੋਬਾਰ ਹੈ ਬਿਨ ਸ਼ਬਦੇ ਬੂਝ ਨ ਪਾਏ। ਗੁਰਮਤੀ ਪ੍ਰਗਾਸ ਹੋਏ ਸੱਚ ਰਹੇ ਲਿਵ ਲਾਏ। ਤਿੱਥੇ ਕਾਲ ਨ ਸੰਚਰੇ ਜੋਤੀ ਜੋਤ ਸਮਾਏ। ਤੂੰ ਹੈ ਸਾਜਣ ਤੂੰ ਸੁਜਾਨ ਤੂੰ ਆਪੇ ਮੇਲਣਹਾਰ। ਗੁਰ ਸਬਦੀ ਸਲਾਈਏ ਅੰਤ ਨ ਪਾਰਾਵਾਰ। ਤਿੱਥੇ ਕਾਲ ਨ ਆਪੜੇ ਜਿੱਥੇ ਗੁਰ ਕਾ ਸ਼ਬਦ ਅਪਾਰ। ਹੁਕਮੀ ਸਭੇ ਉਪਜੇ ਹੁਕਮੀ ਕਾਰ ਕਮਾਏ। ਹੁਕਮੀ ਕਾਲੇ ਵਸ ਹੈ ਹੁਕਮੀ ਸੱਚ ਸਮਾਏ। ਨਾਨਕ ਜੋ ਤਿਸ ਭਾਵੇ ਸੋ ਥੀਏ ਇਨ੍ਹਾਂ ਜਨਤਾ ਵਸ ਕੁਛ ਨਾਏ। ਹੁਕਮੀ ਕਾਲੇ ਵਸ ਹੈ ਹੁਕਮੀ ਸੱਚ ਸਮਾਏ। ਨਾਨਕ ਜੋ ਤਿਸ ਭਾਵੇ ਸੋ ਥੀਏ ਇਨ੍ਹਾਂ ਜਨਤਾ ਵਸ ਕੁਛ ਨਾਏ। ਗੁਰੂ ਜੀ ਕਹਿੰਦੇ ਹਨ ਕਿ ਜਿਸ ਤਰ੍ਹਾਂ ਮਛਲੀ ਨੇ ਡੂੰਘੇ ਖਾਰੇ ਸਮੁੰਦਰ ਵਿਚਲੇ ਜਾਲ ਦੇ ਆਕਰਸ਼ਣ ਨੂੰ ਨਹੀਂ ਵਿਚਾਰਿਆ, ਭਾਵ ਨਹੀਂ ਸਮਝਿਆ, ਉਸ ਸੁੰਦਰ ਅਤੇ ਸਿਆਣੀ ਮਛਲੀ ਨੇ ਜਾਲ ਦਾ ਕਿਉਂ ਵਿਸ਼ਵਾਸ ਕਰ ਲਿਆ ਅਤੇ ਉਹ ਫਿਰ ਵਿਸ਼ਵਾਸ ਕਰਕੇ ਹੀ ਜਾਲ ਵਿੱਚ ਪਕੜੀ ਗਈ। ਹੁਣ ਉਸ ਦੇ ਸਿਰ ਉੱਤੋਂ ਮੌਤ ਨਹੀਂ ਟਲ ਸਕਦੀ। ਹੇ ਭਾਈ, ਮਾਇਆ ਜਾਲ ਵਿੱਚ ਫਸੇ ਹੋਣ ਕਾਰਨ ਤੁਸੀਂ ਕਾਲ ਨੂੰ ਇਸੇ ਤਰ੍ਹਾਂ ਸਿਰ ਉੱਤੇ ਹੀ ਸਮਝੋ। ਮਛਲੀ ਵਾਂਗ ਹੀ ਮਨੁੱਖਾਂ ਨੂੰ ਅਚਾਨਕ ਮੌਤ ਦਾ ਜਾਲ ਫਸਾ ਲੈਂਦਾ ਹੈ। ਇਹ ਸਾਰਾ ਜਗਤ ਕਾਲ ਜਾਂ ਮੌਤ ਦਾ ਬੰਨਿਆ ਹੋਇਆ ਹੈ। ਗੁਰੂ ਦੇ ਉਪਦੇਸ਼ ਤੋਂ ਬਿਨਾਂ ਇਹ ਕਾਲ ਆਫਰਿਆ ਤੇ ਹੰਕਾਰਿਆ ਫਿਰਦਾ ਹੈ, ਜੋ ਦਵੈਤ ਭਾਵ ਅਤੇ ਵਿਕਾਰਾਂ ਨੂੰ ਛੱਡ ਕੇ ਉਸ ਸੱਚੇ ਪਰਮਾਤਮਾ ਦੇ ਨਾਮ ਵਿੱਚ ਲੀਨ ਹੋ ਜਾਂਦੇ ਹਨ। ਉਹ ਕਾਲ ਦੀ ਮਾਰ ਤੋਂ ਬਚ ਜਾਂਦੇ ਹਨ। ਜੋ ਸੱਚੀ ਦਰਗਾਹ ਵਿੱਚ ਸਚਿਆਰ ਮੰਨੇ ਜਾਂਦੇ ਹਨ। ਗੁਰੂ ਜੀ ਕਹਿੰਦੇ ਹਨ ਕਿ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਜਿਵੇਂ ਬਾਜ ਪੰਛੀਆਂ ਨੂੰ ਪਕੜਨ ਲਈ ਆਕਾਸ਼ ਵਿੱਚ ਉੱਡਦਾ ਫਿਰਦਾ ਹੈ। ਉਸੇ ਤਰ੍ਹਾਂ ਸ਼ਿਕਾਰੀ ਦੇ ਹੱਥ ਵਿੱਚ ਜਾਲ ਹੈ, ਜਿਨ੍ਹਾਂ ਦੀ ਗੁਰੂ
ਰੱਖਿਆ ਕਰਦਾ ਹੈ, ਉਹੀ ਬਚ ਸਕਦੇ ਹਨ। ਬਾਕੀ ਸਾਰੇ ਹੋਰ ਮਾਇਆਵੀ ਚੋਗੇ ਜਾਣੀ ਕਿ ਮਾਇਆਵੀ ਜਾਲ ਵਿੱਚ ਫਸੇ ਹੋਏ ਹਨ। ਨਾਮ ਤੋਂ ਬਿਨਾਂ ਉਹਨਾਂ ਨੂੰ ਛਾਂਟ ਕੇ ਬਾਹਰ ਸੁੱਟ ਦਿੱਤਾ ਜਾਂਦਾ ਹੈ ਅਤੇ ਅਜਿਹੀ ਅਵਸਥਾ ਵਿੱਚ ਉਹਨਾਂ ਦਾ ਕੋਈ ਵੀ ਸੰਗੀ ਜਾਂ ਸਾਥੀ ਨਹੀਂ ਹੁੰਦਾ। ਗੁਰੂ ਜੀ ਕਹਿੰਦੇ ਹਨ ਕਿ ਅਜਿਹੀ ਮੌਤੇ ਮਰਨ ਤੋਂ ਬਚਣ ਲਈ ਸਦਾ ਸਥਿਰ ਰਹਿਣ ਵਾਲੇ ਸਤ ਸਰੂਪੀ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, ਕਿਉਂਕਿ ਉਸ ਸਤ ਸਰੂਪ ਦਾ ਅਸਥਾਨ ਸਦੀਵੀ ਹੈ। ਜਿਨ੍ਹਾਂ ਨੇ ਸੱਚੇ ਪਰਮਾਤਮਾ ਨੂੰ ਮੰਨ ਲਿਆ ਹੈ, ਉਹਨਾਂ ਦੇ ਮਨ ਵਿੱਚ ਸਦਾ ਸੱਚੇ ਨਾਮ ਦਾ ਧਿਆਨ ਲੱਗਾ ਰਹਿੰਦਾ ਹੈ। ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਦੁਆਰਾ ਗਿਆਨ ਪ੍ਰਾਪਤ ਕਰ ਲਿਆ ਹੈ, ਫਿਰ ਉਹਨਾਂ ਦੇ ਮਨ ਅਤੇ ਮੁਖ ਨੂੰ ਸੱਚਾ ਤੇ ਸੁੱਚਾ ਸਮਝਣਾ ਚਾਹੀਦਾ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਉਸ ਸਤਿਗੁਰੂ ਅੱਗੇ ਬੇਨਤੀ ਕਰਨੀ ਚਾਹੀਦੀ ਹੈ ਕਿ ਉਹ ਪਰਮਾਤਮਾ ਰੂਪ ਸੱਜਣ ਨੂੰ ਮਿਲਾ ਦੇਵੇ। ਅਜਿਹੇ ਸੱਜਣ ਦੇ ਮਿਲਣ ਨਾਲ ਸੁੱਖ ਪਾਈਦਾ ਹੈ ਅਤੇ ਜਮਦੂਤ ਜ਼ਹਿਰ ਖਾ ਕੇ ਮਰ ਜਾਂਦੇ ਹਨ। ਭਾਵ ਜੀਵ ਮਨੁੱਖਾਂ ਦਾ ਪਿੱਛਾ ਛੱਡ ਦਿੰਦੇ ਹਨ। ਭਾਵ ਮਨੁੱਖ ਵਿਕਾਰਾਂ ਵਿੱਚੋਂ ਬਾਹਰ ਨਿਕਲ ਜਾਂਦਾ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਸੱਜਣ ਦੇ ਮਿਲ ਪੈਣ ਨਾਲ ਮੈਂ ਸਦਾ ਗੁਰੂ ਸ਼ਬਦ ਨਾਮ ਵਿੱਚ ਵਸਦਾ ਰਹਿ ਸਕਦਾ ਹਾਂ ਅਤੇ ਨਾਮ ਮੇਰੇ ਮਨ ਵਿੱਚ ਆ ਟਿਕਦਾ ਹੈ। ਗੁਰੂ ਤੋਂ ਬਿਨਾਂ ਅਗਿਆਨ ਦਾ ਅੰਧਕਾਰ ਪਸਰਿਆ ਰਹਿੰਦਾ ਹੈ। ਗੁਰੂ ਦੇ ਸ਼ਬਦ ਤੋਂ ਬਿਨਾਂ ਅਗਿਆਨ ਤੋਂ ਮੁਕਤ ਹੋਣ ਦੀ ਗੱਲ ਸੂਝੀ ਨਹੀਂ ਜਾ ਸਕਦੀ। ਗੁਰੂ ਦੇ ਉਪਦੇਸ਼ ਨਾਲ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਫਿਰ ਸਤ ਸਰੂਪ ਪਰਮਾਤਮਾ ਵਿੱਚ ਲੱਗੀ ਰਹਿੰਦੀ ਹੈ। ਉੱਥੇ ਕਾਲ ਦੀ ਪਹੁੰਚ ਨਹੀਂ ਹੁੰਦੀ ਅਤੇ ਜੀਵ ਦੀ ਜੋਤ ਬ੍ਰਹਮੀ ਜੋਤ ਵਿੱਚ ਸਮਾਈ ਰਹਿੰਦੀ ਹੈ। ਹੇ ਪ੍ਰਭੂ, ਅਜਿਹੀ ਅਵਸਥਾ ਵਿੱਚ ਤੂੰ ਹੀ ਸਾਧਕ ਦਾ ਮਨੁੱਖ ਦਾ ਸੱਜਣ ਹੈ ਅਤੇ ਤੂੰ ਹੀ ਸਭ ਕੁਝ ਜਾਣਨ ਵਾਲਾ ਹੈ ਅਤੇ ਤੂੰ ਆਪ ਹੀ ਆਪਣੇ ਨਾਲ ਮਿਲਾਉਣ ਵਾਲਾ ਹੈ। ਗੁਰੂ ਦੇ ਸ਼ਬਦ ਦੁਆਰਾ ਉਸ ਪਰਮਾਤਮਾ ਦੀ ਉਸਤਤ ਕਰਨੀ ਚਾਹੀਦੀ ਹੈ, ਜਿਸ ਦਾ ਕੋਈ ਅੰਤ ਜਾਂ ਉਰਵਾਰ ਜਾਂ ਪਾਰ ਨਹੀਂ ਹੈ। ਜਿੱਥੇ ਗੁਰੂ ਦੇ ਅਪਾਰ ਸ਼ਬਦ ਦੀ ਮੌਜੂਦਗੀ ਹੈ, ਫਿਰ ਉੱਥੇ ਕਾਲ ਨਹੀਂ ਪਹੁੰਚ ਸਕਦਾ। ਸੰਸਾਰ ਦੇ ਸਾਰੇ ਜੀਵ ਉਸ ਪਰਮਾਤਮਾ ਦੇ ਹੁਕਮ ਅਨੁਸਾਰ ਪੈਦਾ ਹੁੰਦੇ ਹਨ ਅਤੇ ਹੁਕਮ ਦੇ ਅਨੁਰੂਪ ਸਾਰਾ ਕਾਰ ਵਿਹਾਰ ਕਰਦੇ ਹਨ। ਉਸ ਪਰਮਾਤਮਾ ਦੇ ਹੁਕਮ ਅਨੁਸਾਰ ਹੀ ਸਾਰਾ ਸੰਸਾਰ ਕਾਲ ਦੇ ਵੱਸ ਵਿੱਚ ਹੁੰਦਾ ਹੈ ਅਤੇ ਹੁਕਮ ਨਾਲ ਹੀ ਸਤ ਸਰੂਪ ਵਿੱਚ ਸਮਾ ਜਾਂਦਾ ਹੈ। ਗੁਰੂ ਜੀ ਕਹਿੰਦੇ ਹਨ ਕਿ ਉਸ ਪ੍ਰਭੂ ਪਰਮਾਤਮਾ ਨੂੰ ਜੋ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ। ਇਹ ਸਭ ਦੁਨਿਆਵੀ ਜੀਵਾਂ ਦੇ ਵੱਸ ਵਿੱਚ ਕੁਝ ਨਹੀਂ ਹੈ। ਅਤੇ ਫਿਰ ਗੁਰੂ ਜੀ ਕਹਿੰਦੇ ਹਨ, ਭਾਵੇਂ ਮਛਲੀ ਇੱਕ ਬੜੇ ਗਹਿਰੇ ਸਮੁੰਦਰ ਵਿੱਚ ਰਹਿੰਦੀ ਹੈ
ਅਤੇ ਆਪਣੇ ਆਪ ਨੂੰ ਸੋਹਣੀ ਅਤੇ ਸਿਆਣੀ ਸਮਝਦੀ ਹੈ, ਫਿਰ ਵੀ ਉਹ ਮਛਿਆਰੇ ਦੇ ਜਾਲ ਨੂੰ ਪਹਿਚਾਨਣ ਵਿੱਚ ਧੋਖਾ ਖਾ ਜਾਂਦੀ ਹੈ ਅਤੇ ਮੌਤ ਦੇ ਹੱਥ ਉਤਰ ਜਾਂਦੀ ਹੈ। ਇਸੇ ਤਰ੍ਹਾਂ ਮਨੁੱਖ ਵੀ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ ਅਤੇ ਸੰਸਾਰ ਨੂੰ ਆਪਣਾ ਘਰ ਹੀ ਸਮਝਦਾ ਹੈ, ਫਿਰ ਵੀ ਅੰਤ ਵਿੱਚ ਮੌਤ ਉਸਨੂੰ ਲੱਭ ਹੀ ਲੈਂਦੀ ਹੈ। ਮਛਲੀ ਜਾਲ ਜਾਣਿਆ ਸਰਖਾਰਾ ਅਸਗਾ, ਅੱਤ ਸਿਆਣੀ ਸੋਹਣੀ ਕਿਉਂ ਕੀਤੋ ਵੈਸਾ, ਕੀਤੇ ਕਾਰਨ ਪਾਕੜੀ ਕਾਲ ਨਾ ਟਲੇ ਸਿਰਾ। ਗੁਰੂ ਜੀ ਸਮਝਾਉਂਦੇ ਹਨ ਕਿ ਹੇ ਮਨ, ਤੂੰ ਸਮਝ, ਭਾਈ ਰੇ ਇਹੋ ਸਿਰ ਜਾਣੋ ਕਾਲ। ਜਿਵੇਂ ਵੱਡੇ ਪੰਛੀ ਛੋਟਿਆਂ ਦਾ ਸ਼ਿਕਾਰ ਕਰਦੇ ਹਨ ਜਾਂ ਸ਼ਿਕਾਰੀ ਹਰ ਵੇਲੇ ਸ਼ਿਕਾਰ ਦੀ ਤਾਂਘ ਵਿੱਚ ਰਹਿੰਦਾ ਹੈ, ਉਸੇ ਤਰ੍ਹਾਂ ਮਨੁੱਖ ਦੇ ਸਿਰ 'ਤੇ ਮੌਤ ਮੰਡਰਾਉਂਦੀ ਰਹਿੰਦੀ ਹੈ। ਇਸ ਤੋਂ ਬਚਣ ਦਾ ਭਾਅ ਕੇਵਲ ਗੁਰੂ ਦੀ ਸ਼ਰਨ ਵਿੱਚ ਆਉਣਾ ਹੈ ਅਤੇ ਗੁਰਸਿੱਖ ਸ਼ਬਦ ਦੇ ਨਾਲ ਉਸ ਦੇ ਰਸਤੇ 'ਤੇ ਚੱਲਣਾ ਹੈ। ਸੀਚਾਂ ਨੇ ਜੋ ਪੰਖੀਆਂ ਜਾਲੀ ਬੱਦਕ ਹਾਥ, ਗੁਰ ਰਾਖੇ ਸੇ ਉਬਰੇ ਹੋਰ ਫਾਥੇ ਚੋਗੇ ਸਾਥ। ਗੁਰੂ ਜੀ ਅੱਗੇ ਸਾਨੂੰ ਸਾਰਿਆਂ ਨੂੰ ਗੁਰੂ ਜੀ ਅੱਗੇ ਅਰਦਾਸ ਕਰਨੀ ਚਾਹੀਦੀ ਹੈ। ਸਤਿਗੁਰ ਅੱਗੇ ਅਰਦਾਸ ਕਰ, ਸਾਜਨ ਦੇ ਮਿਲਾਏ, ਸਾਜਨ ਮਿਲਿਆ ਸੁਖ ਪਾਇਆ, ਜਮਦੂਤ ਮੂਏ ਬਿਖ ਖਾਏ। ਭਾਵ ਗੁਰੂ ਰਾਹੀਂ ਹੀ ਆਪਣੇ ਸੱਜਣ ਯਾਨੀ ਆਪਣੇ ਮੂਲ ਦੀ ਪਹਿਚਾਣ ਅਤੇ ਜਾਣਕਾਰੀ ਮਿਲਦੀ ਹੈ। ਜਦੋਂ ਮੂਲ ਨਾਲ ਇੱਕਮਿਕ ਹੋ ਜਾਈਏ ਤਾਂ ਮੌਤ ਦਾ ਭੈ ਡਰ ਮਨ ਤੋਂ ਉਤਰ ਜਾਂਦਾ ਹੈ, ਕਿਉਂਕਿ ਮਨੁੱਖ ਜਾਣ ਲੈਂਦਾ ਹੈ ਕਿ ਮੈਂ ਤਾਂ ਜੋਤ ਸਰੂਪ ਹਾਂ, ਸਰੀਰ ਨਹੀਂ, ਅਤੇ ਜੋਤ ਉੱਪਰ ਮੌਤ ਦਾ ਕੋਈ ਜ਼ੋਰ ਨਹੀਂ। ਅਖੀਰ ਵਿੱਚ ਗੁਰੂ ਜੀ ਆਖਦੇ ਹਨ ਕਿ ਇਹ ਸਭ ਉਸ ਅਕਾਲ ਪੁਰਖ ਦੀ ਖੇਡ ਅਤੇ ਉਸ ਦਾ ਹੁਕਮ ਹੀ ਵਰਤ ਰਿਹਾ ਹੈ। ਹੁਕਮੀ ਸਭੇ ਉਪਜੇ, ਹੁਕਮੀ ਕਾਰ ਕਮਾਏ, ਹੁਕਮੀ ਕਾਲੇ ਵਸ ਹੈ, ਹੁਕਮੀ ਸਾਚ ਸਮਾਏ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।